ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਸ਼ਲੋਕ। ਸੰਤ ਉਦਰਣ ਦਿਆਲੰ, ਆਸਰੰ ਗੋਪਾਲ ਕੀਰਤਨਹਿ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰੈ। ਚੰਦਨ ਚੰਦ ਨਾ ਸਰਦ ਰੁਤ, ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ। ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸੁਣ ਪ੍ਰਤਾਪ ਗੋਬਿੰਦ, ਨਿਰਭਉ ਭੈ ਮਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾਂ ਸਿਉ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ
ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤਸਰੀ ਦੀ ਵਾਰ ਦਾ ਇਹ 17ਵਾਂ ਸ਼ਬਦ ਹੈ। ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੁਆਰਾ ਕੀ ਉਪਦੇਸ਼ ਦਿੰਦੇ ਨੇ? ਪੂਰੇ ਗੁਰੂ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਸੋ ਜੇ ਰੱਬ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਨਾ ਤਾਂ ਗੁਰੂ ਦੀ ਗੱਲ ਸੁਣਨੀ ਪਵੇਗੀ, ਗੁਰੂ ਦੀ ਗੱਲ ਮੰਨਣੀ ਪਵੇਗੀ, ਜਾਂ ਫਿਰ ਰੱਬ ਨੂੰ ਦੇਖਣ ਦੀ ਚਾਹਤ ਛੱਡ ਦਿਓ। ਠੀਕ ਆ, ਇਸ ਸੰਸਾਰ 'ਤੇ ਆ ਗਏ, ਜਿੱਦਾਂ ਬਾਕੀ ਸਾਰੇ ਚੱਲ ਗਿਆ ਇੱਦਾਂ ਹੀ ਆਪਾਂ ਚੱਲ ਜਾਵਾਂਗੇ। ਜੇ ਮੈਂ ਪ੍ਰਭ ਮਿਲਣੇ ਕਾ ਚਾਓ ਹੈ, ਜੇ ਰੱਬ ਨੂੰ ਮਿਲਣ ਦਾ ਚਾਅ ਹੈ, ਦੇਖਣ ਦਾ ਚਾਅ ਹੈ, ਫਿਰ ਗੁਰੂ ਦੀ ਗੱਲ ਤਾਂ ਸੁਣਨੀ ਹੀ ਪਵੇਗੀ। ਪਰ ਉਹ ਸੁਣਨ ਵਿੱਚ ਚਾਅ ਬੜਾ ਖੁਸ਼ੀ ਦੇ ਨਾਲ ਸੁਣਦੇ ਨੇ। ਜਿਨ੍ਹਾਂ ਨੂੰ ਹੁਣ ਰੱਬ ਨੂੰ ਮਿਲਣ ਦਾ ਚਾਅ ਹੈ, ਉਹ ਮਜਬੂਰੀ 'ਚ ਥੋੜ੍ਹੀ ਸੁਣਦੇ ਨੇ ਗੁਰੂ ਦੀ ਗੱਲ ਨਾ, ਉਹ ਚਾਅ ਦੇ ਨਾਲ ਸੁਣਦੇ ਨੇ। ਉਹਨਾਂ ਦੇ ਮਨ ਵਿੱਚ ਉਮਾ ਹੈ, ਉਮਕਿਓ ਹੀਓ ਮਿਲਣ ਪ੍ਰਭ ਤਾਹੀ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਚਾਅ ਹੈ ਮਨ ਦੇ ਵਿੱਚ, ਚਾਅ ਦੇ ਨਾਲ ਸੁਣਦੇ ਨੇ ਮਹਾਰਾਜ ਕੀ ਕਹਿੰਦੇ ਨੇ, ਸਤਿਗੁਰੂ ਜੀ ਕੀ ਕਹਿੰਦੇ ਨੇ। ਸੋ ਇਹ ਚਾਅ ਪੈਦਾ ਹੋ ਜਾਣਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਸੰਤ ਉਦਰਣ, ਜਿਹੜੇ ਰੱਬ ਦੇ ਪਿਆਰੇ ਨੇ ਉਹ ਇਸ ਸੰਸਾਰ ਦੇ ਵਿੱਚ ਡੁੱਬਦੇ ਨਹੀਂ ਹੈ, ਉਹਨਾਂ ਨੂੰ ਵਿਕਾਰ ਨਹੀਂ ਤੰਗ ਕਰਦੇ, ਉਹ ਬਚ ਜਾਂਦੇ ਨੇ। ਉਦਰਣ ਦਾ ਅਰਥ ਹੁੰਦਾ ਬਚ ਜਾਣਾ। ਇੱਥੇ ਸੰਸਾਰ ਵਿੱਚ ਆ ਕੇ ਜੇ ਵਿਕਾਰਾਂ ਦਾ ਅਸਰ ਨਹੀਂ ਹੋਇਆ, ਆ ਤਾਂ ਇੱਦਾਂ ਨਾ ਜੰਗ ਦੇ ਮੈਦਾਨ ਦੇ ਵਿੱਚ ਸੋ ਵਰਦੀਆਂ 'ਚੋਂ ਬਚ ਗਿਆ, ਇਹ ਤਾਂ ਵਰਦੀਆਂ 'ਚੋਂ ਬਚਣ ਵਾਲੀ ਗੱਲ ਹੈ। ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੇ ਮੇਰੇ 'ਤੇ ਅਸਰ ਨਹੀਂ ਹੋਇਆ, ਜੇ ਅਸਰ ਹੋ ਗਿਆ ਬਹੁਤਿਆਂ ਦੇ ਉੱਤੇ ਅਸਰ ਹੋ ਜਾਂਦਾ। ਇਹ ਤਰ੍ਹਾਂ ਕਰੋੜ ਪਿੱਛੇ ਇੱਕ ਕੋਈ ਬਚਦਾ, ਕਰੋੜ ਪਿੱਛੇ ਉੱਥੇ ਕੋਈ ਕਿਲਾ ਥੋੜ੍ਹੀ, ਓਟ ਥੋੜ੍ਹੀ ਆ ਕੋਈ। ਓਟ ਤਾਂ ਸ਼ਬਦ ਦੀ ਹੁੰਦੀ ਹੈ, ਓਟ ਗੁਰ ਸ਼ਬਦ ਕਰ ਚਰਮਣ ਹੈ। ਜੇ ਸ਼ਬਦ ਦੀ ਓਟ ਨਹੀਂ ਹੈ ਤੇ ਫਿਰ ਭਾਈ ਨਹੀਂ ਬਚਿਆ ਜਾਂਦਾ। ਸੰਤ ਬਚਦੇ ਨੇ। ਸੰਤ ਕਿਹਨੂੰ ਕਿਹਾ ਜਾਂਦਾ? ਜਿਹਨੂੰ ਗੁਰੂ ਦਾ ਉਪਦੇਸ਼ ਸੁਣਨਾ ਆ ਜਾਂਦਾ ਹੈ, ਉਹਨੂੰ ਸੰਤ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਨਾ, ਧੰਨ ਧੰਨ ਭਾਗ ਤਿਨਾ ਸੰਤ ਜਨਾ, ਹਰ ਜਸ ਸਰਵਣੀ ਸੁਣਤੇ ਹਨ। ਸੋ ਜਦੋਂ ਸ਼ਬਦ ਸੁਣਨਾ ਆ ਜਾਵੇ, ਉਪਦੇਸ਼ ਸੁਣਨਾ ਆ ਜਾਵੇ, ਫਿਰ ਇਹ ਸੰਤ ਬਣ ਗਿਆ। ਉਹ ਬਚਦਾ ਵੀ ਹੈ, ਬਚ ਜਾਂਦਾ। ਮਹਾਰਾਜ ਗੱਲੀ ਇਕੱਲੀ ਗੱਲ ਤਾਂ ਸਮਝਾਉਂਦੇ ਵੀ ਸਿੱਧਾ ਜਾਣਾ, ਖੱਬੇ ਮੁੜਨਾ, ਸੱਜੇ ਮੁੜਨਾ, ਇੱਥੇ ਬਹਿਣਾ, ਇੱਥੇ ਸੌਣਾ, ਇੱਥੇ ਇਕੱਲੀ ਇਕੱਲੀ ਗੱਲ ਸਮਝਾਉਂਦੇ ਪਏ ਨੇ। ਬੋਲਣਾ ਕੀ ਆ ਉਹ ਵੀ ਦੱਸਦੇ ਪਏ ਨੇ, ਕੀ ਨਹੀਂ ਬੋਲਣਾ ਉਹ ਵੀ ਦੱਸਦੇ ਪਏ ਨੇ, ਕੀ ਲੈਣਾ ਕੀ ਨਹੀਂ ਲੈਣਾ, ਕੀ ਛੱਡਣਾ। ਇੰਨੇ ਸੋਹਣੇ ਤਰੀਕੇ ਦੇ ਨਾਲ ਗਾਈਡੈਂਸ ਦੇਣੀ। ਫਿਰ ਜਦ ਸਾਨੂੰ ਗੁਰੂ ਦੀ ਆਵਾਜ਼ ਸੁਣਦੀ ਵੀ, ਬਾਬੇ ਨਾਨਕ ਦੀ ਆਵਾਜ਼ ਸੁਣਦੀ ਪਈ ਹੈ, ਅਤੇ ਫਿਰ ਇਹਨੂੰ ਹੀ ਦਰਸ਼ਨ ਕਹਿੰਦੇ। ਹੋਰ ਦਰਸ਼ਨ ਕਿਹੜੇ ਹੁੰਦੇ ਨੇ? ਇਹਦਾ ਮਤਲਬ ਨੇੜੇ ਕਰਕੇ ਸੁਣਿਆ, ਨੇੜੇ ਕਰਕੇ ਅਸਰ ਕਰਦੀ ਹੈ ਬਾਣੀ, ਅਸਰ ਕਰ ਯਕਦਮ ਅਸਰ ਕਰਦੀ ਹੈ। ਕਹਿੰਦੇ ਸੰਤ ਉਦਰਣ, ਬੰਦਾ ਪਹਿਲਾਂ ਤਾਂ ਚਰਚਤਾਈ ਵਿੱਚ ਆ ਜਾਂਦਾ, ਕਹਿੰਦੇ ਹੈਂ ਬਚਿਆ ਵੀ ਜਾਂਦਾ। ਅੱਗ ਵਿੱਚ ਪੈ ਕੇ ਸੜਿਆ ਨਹੀਂ ਜਾਂਦਾ, ਸੜਨ ਤੋਂ ਬਚ ਜਾਂਦਾ। ਕਬੀਰ ਸਾਹਿਬ ਨੇ ਫਿਰ ਗੱਲ ਸੱਚੀ ਕੀਤੀ, ਕਹਿੰਦੇ ਪਈ ਉਹ ਤਾਂ ਧਨ ਨੇ ਜਿਹੜੇ ਕੋਲੇ ਦੀ ਖਾਣ ਵਿੱਚ ਦੀ ਲੰਘ ਕੇ ਵੀ ਕਾਲੇ ਨਹੀਂ ਹੁੰਦੇ। ਕਹਿੰਦੇ ਕੋਲੇ ਦੀ ਖਾਣ ਹੋਵੇ, ਬੰਦਾ ਵਿੱਚ ਹੀ ਗੁਜ਼ਰਦਾ ਹੋਵੇ ਅਤੇ ਉਹ ਫੇਰ ਵੀ ਕਾਲਾ ਨਾ ਹੋਵੇ, ਤਾਂ ਅਚਰਜ ਵਾਲੀ ਗੱਲ ਹੈ। ਹੁਣ ਮੁਰਗਾਬੀ ਹੈ, ਪਾਣੀ ਵਿੱਚ ਜਾਂਦੀ ਹੈ ਅਤੇ ਪਾਣੀ ਵਿੱਚ ਭਿੱਜਦੀ ਵੀ ਨਹੀਂ, ਹੈਰਾਨਗੀ ਹੈ। ਕਮਲ ਦਾ ਫੁੱਲ ਹੈ, ਪਾਣੀ ਦੇ ਵਿੱਚ ਹੈ, ਪਰ ਉਹਦੀਆਂ ਪੰਖੜੀਆਂ 'ਤੇ ਪਾਣੀ ਦਾ ਅਸਰ ਨਹੀਂ ਹੈ, ਹੈਰਾਨਗੀ ਦੀ ਗੱਲ ਹੈ। ਸੰਤ ਹੈ, ਸੰਸਾਰ ਵਿੱਚ ਵਿਚਰਦਾ ਹੈ, ਸਾਰੇ ਪਾਸੇ ਵਿਕਾਰ ਹੀ ਵਿਕਾਰ ਨੇ, ਪਰ ਉਦਰਣ ਉਹ ਬਚ ਜਾਂਦਾ। ਅਚਰਜ ਹੈ, ਹੈਰਾਨਗੀ ਦੀ ਗੱਲ ਹੈ, ਕਿਵੇਂ ਬਚ ਗਿਆ।
ਹੁਣ ਜਦੋਂ ਸੰਤ ਨੂੰ ਪੁੱਛੋ ਜਿਹੜਾ ਬਚਿਆ ਹੋਇਆ ਉਹੀ ਦੱਸੇਗਾ। ਜਿਹੜਾ ਡੁੱਬਣ ਤੋਂ ਬਚ ਗਿਆ ਉਹ ਦੱਸ ਸਕਦਾ। ਉਹ ਜਦੋਂ ਦੱਸਦਾ ਹੈ ਨਾ, ਉਹ ਕਮਾਲ ਦੀ ਗੱਲ ਦੱਸਦਾ ਹੈ। ਕਹਿੰਦਾ ਦਿਆਲੰ ਆਸਰੰ, ਜਿਹੜੀਆਂ ਗੱਲਾਂ ਕਹਿੰਦਾ ਗੋਪਾਲ ਕੀਰਤਨ ਹੈ, ਕਹਿੰਦਾ ਮੈਨੂੰ ਆਸਰਾ ਸੀ। ਆਸਰਾ ਸੀ ਕਿਹਦਾ ਸੀ? ਕਹਿੰਦੇ ਰੱਬ ਦਾ। ਰੱਬ ਦਾ ਆਸਰਾ ਕਿੱਦਾਂ ਮਿਲਿਆ? ਵੀ ਤੈਨੂੰ ਰੱਬ, ਅਸੀਂ ਵੀ ਤਾਂ ਰੱਬ ਦਾ ਆਸਰਾ ਲੱਭਦੇ ਹਾਂ। ਜੇ ਸੰਸਾਰ ਤੇ ਡੁੱਬਣ 'ਚੋਂ ਬਚ ਜਾਈਏ, ਸਾਨੂੰ ਆਸਰਾ ਮਿਲ ਜਾਵੇ, ਤੇ ਕਿਹੜਾ ਨਹੀਂ ਚਾਹੁੰਦਾ ਰੱਬ ਦਾ ਆਸਰਾ? ਸਾਰਿਆਂ ਨੂੰ ਮਿਲਦਾ? ਨਹੀਂ ਮਿਲਦਾ, ਸਾਰਿਆਂ ਨੂੰ ਨਹੀਂ ਮਿਲਦਾ। ਕਿਹਨੂੰ ਮਿਲਿਆ? ਮਹਾਰਾਜ ਕਹਿੰਦੇ ਸੋ ਉਹ ਜੇ ਤੇ ਦਇਆ ਕਰਦਾ, ਦਿਆਲੰ, ਜੇ ਤੇ ਦਇਆ ਕਰ ਦਿੰਦਾ। ਦਇਆ ਕਿਤੇ ਕਰਦਾ? ਪਾਤਸ਼ਾਹ ਕਹਿੰਦੇ ਗੋਪਾਲ ਕੀਰਤਨ, ਜਿਹੜੇ ਉਸਦੀ ਉਸਤਤੀ ਕਰਦੇ ਨੇ, ਉਹਨੂੰ ਯਾਦ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਅਤੇ ਉਹ ਵੀ ਆਸਰਾ ਕੀਮਤ ਨਹੀਂ ਦਿੰਦਾ ਵੀ ਤਾਂ ਕੀਮਤ ਮਿਲ ਗਈ, ਨਹੀਂ, ਤਰਸ ਖਾ ਕੇ, ਦਇਆ ਕਰਕੇ ਵੀ ਇਹਦਾ ਵਿਚਾਰੇ ਦਾ ਕਿਹੜਾ ਕੋਈ ਬਾਲੀ ਵਾਰਸ ਹੈ। ਆਪਾਂ ਤਰਸ ਵਿੱਚ ਆ ਕੇ ਕਿਸੇ ਦੀ ਸਹਾਇਤਾ ਕਰਦੇ ਹਾਂ, ਤਰਸ ਵਿੱਚ ਆ। ਕਿੰਨੀ ਵਾਰੀ ਹੋਇਆ ਆਪਣੇ ਨਾਲ? ਕਈ ਵਾਰੀ ਤਾਂ ਸੋ ਅਸੀਂ, ਕਿਸੇ ਨੇ ਸਾਨੂੰ ਦਿੱਤਾ ਅਤੇ ਅਸੀਂ ਉਹਦਾ ਲੈਣ ਦੇਣ ਕਰਦੇ, ਵਿਹਾਰ ਹੋ ਗਿਆ। ਹੁਣ ਸਾਨੂੰ ਕਿਸੇ ਨੇ ਦਿੱਤਾ ਵੀ ਕੁਝ ਨਹੀਂ, ਸਾਡਾ ਪਛਾਣੂ ਵੀ ਹੈ ਨਹੀਂ ਕੋਈ, ਅਸੀਂ ਵੀ ਉਹਦੀ ਮਦਦ ਕਰ ਦਿੰਦੇ ਤਰਸ ਖਾ ਕੇ। ਮੈਨੂੰ ਡੁੱਬਦੇ ਨੂੰ ਬਚਾਇਆ ਮੇਰੇ 'ਤੇ ਤਰਸ ਖਾ ਕੇ, ਦਇਆ ਕਰਕੇ। ਇਹ ਸੰਤ ਕਹਿੰਦੇ ਨੇ। ਕਿਉਂ? ਤੇਰੇ 'ਤੇ ਤਰਸ ਕਿਉਂ ਖਾ ਲਿਆ? ਵੀ ਸਾਡੇ 'ਤੇ ਕਿਉਂ ਨਹੀਂ ਖਾਂਦਾ? ਕਿਉਂਕਿ ਮੈਂ ਉਹਦਾ ਹੀ ਆਸਰਾ ਤੱਕਿਆ, ਉਹਨੂੰ ਹੀ ਯਾਦ ਕੀਤਾ, ਉਹਦੀ ਉਸਤਤੀ ਕੀਤੀ, ਫਿਰ ਉਹਨੇ ਮੇਰੇ 'ਤੇ ਤਰਸ ਖਾਧਾ ਵੀ ਇਹਦਾ ਕਿਹੜਾ ਕੋਈ ਹੋਰ ਥਾਂ ਟਿਕਾਣਾ। ਕਿਸੇ ਹੀ ਕੋਈ ਮੰਝ ਨਿਮਾਣੀ ਇੱਕ ਤੂੰ। ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਹੁੰਦਾ ਨਾ, ਫਿਰ ਉਹਦਾ ਸਹਾਰਾ ਮਾਲਕ ਆਪ ਬਣ ਜਾਂਦਾ। ਅਕਾਲ ਪੁਰਖ ਕਿੰਨੇ ਨੇ ਐਸੇ ਜੀਵ ਜੰਤ, ਜੇ ਤੁਸੀਂ ਕੈਲਕੂਲੇਸ਼ਨ ਕਰੋ ਤਾਂ ਕਿੰਨੇ ਘਰ ਬਣਾਏ ਨੇ ਆਪਣੇ। ਮਨੁੱਖਾਂ ਵਿੱਚੋਂ ਵੀ ਤੁਹਾਨੂੰ ਬਹੁਤ ਮਿਲਣਗੇ ਜਿਨ੍ਹਾਂ ਕੋਲ ਘਰ ਘਾਟ ਹੈ ਨਹੀਂ, ਮਨੁੱਖਾਂ ਵਿੱਚ ਵੀ ਤੁਹਾਨੂੰ ਬਹੁਤ ਮਿਲਣਗੇ। ਅਤੇ ਬਾਕੀ ਜੋ ਉਹਨਾਂ ਦੀ ਲਾਓ ਤਾਂ ਹਿਸਾਬ ਤਾਂ ਕੀ ਪਸ਼ੂਆਂ ਕੋ ਸਾਰਿਆਂ ਕੋ ਆਪੋ ਆਪਣੇ ਘਰ ਨੇ, ਕਿ ਸਾਰੇ ਪਕਸ਼ੀਆਂ ਕੋ ਆਪਣੇ ਆਪਣੇ ਘਰ ਨੇ, ਕੀੜੀਆਂ ਕੋਲ, ਕਾਢਿਆਂ ਕੋਲ, ਜੀ ਜੰਤ ਜਿਹਨੇ ਪੈਦਾ ਕੀਤੇ ਨੇ। ਸੋ ਉਹ ਉਹਨਾਂ ਨੂੰ ਕਿੱਦਾਂ ਰੱਖਦਾ, ਕਿੱਦਾਂ ਪਾਲਦਾ, ਕੀ ਉਹਦਾ ਹਿਸਾਬ ਤਾਂ, ਇਹ ਸਭ ਉਹਦੀ ਖੇਡ ਹੈ। ਇਹਨੂੰ ਦੇਖ ਕੇ ਰੱਬ ਦਾ ਪਿਆਰਾ ਕਹਿੰਦਾ ਵੀ ਜੇ ਇਹ ਉਹਦੇ ਸਹਾਰੇ 'ਤੇ ਪਲ ਰਹੇ ਨੇ ਵਿਚਾਰਿਆ, ਅਤੇ ਮੈਂ ਵਿਕਾਰ ਮੈਨੂੰ ਘੇਰਦੇ ਨੇ, ਵਿਕਾਰ ਮੇਰੇ ਦੁਸ਼ਮਣ ਨੇ, ਵਿਕਾਰਾਂ ਨੂੰ ਦੁਸ਼ਮਣ ਮੰਨਾਂਗੇ ਤਾਂ ਬਚਾਊਗਾ। ਅਸੀਂ ਤਾਂ ਦੁਸ਼ਮਣਾਂ ਦੇ ਆਪ ਰਲ ਜਾਂਦੇ ਹਾਂ, ਚੋਰਾਂ ਦੇ ਨਾਲ ਆਪ ਰਲ ਗਏ, ਫਿਰ ਕਿੱਦਾਂ? ਫਿਰ ਇਹਨਾਂ ਤੋਂ ਬਚਣ ਲਈ ਬੇਨਤੀ ਕਰਨੀ ਪੈਂਦੀ, ਉਪਰਾਲਾ ਕਰਨਾ ਪੈਂਦਾ। ਬੇਨਤੀ ਹੀ ਉਪਰਾਲਾ ਹੈ, ਬੇਨਤੀ ਹੀ ਉਪਰਾਲਾ ਹੈ। ਬੇਨਤੀ ਸਾਨੂੰ ਕਰਨੀ ਨਹੀਂ ਆਉਂਦੀ। ਸੋ ਜੋ ਲਿਖੇ ਹੋਏ ਲਫ਼ਜ਼ ਨੇ ਇਹ ਬੋਲ ਦੇਣੇ, ਇਹ ਬੇਨਤੀ ਨਹੀਂ। ਬੇਨਤੀ ਤੁਹਾਡੀ ਅੰਦਰਲੀ ਹੈ ਵੀ ਅੰਦਰੋਂ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ। ਉਹਨੂੰ ਕਹਿੰਦੇ ਸੋਹਣੀ ਅਰਦਾਸ। ਜਦੋਂ ਅੰਦਰਲੀ ਆਪਣੇ ਨਾ ਵਿਖਿਆਨ ਕਰਦਾ ਨਾ, ਅੰਦਰਲੀ ਦਸ਼ਾ ਦਾ ਵਿਖਿਆਨ ਕਰਦਾ, ਕਹਿੰਦੇ ਹਾਂ ਵੀ ਇਹ ਸਹੀ ਬੋਲਦਾ, ਸਹੀ ਬੋਲਦਾ। ਕਹਿੰਦੇ ਸੱਚੇ ਪਾਤਸ਼ਾਹ ਅਸੀਂ ਆਹ ਕੀਤਾ, ਆਹ ਕੀਤਾ, ਆਹ ਕੀਤਾ। ਭਾਈ ਕੀਤਾ ਤਾਂ ਕੁਝ ਵੀ ਨਹੀਂ ਹੈਗਾ, ਤਾਂ ਮਨ ਤਾਂ ਤੇਰਾ ਸ਼ਾਮਲ ਹੀ ਨਹੀਂ ਹੋਇਆ, ਮਨ ਤਾਂ ਸ਼ਾਮਲ ਹੀ ਨਹੀਂ ਹੋਇਆ। ਸੋ ਮੇਰੀ ਜੋ ਆਪਣੀ ਦਸ਼ਾ ਹੈ ਉਹ ਗੁਰੂ ਦੇ ਅੱਗੇ ਖੋਲ੍ਹ ਕੇ ਰੱਖ ਦੇਣੀ। ਉਹਨੂੰ ਕਹਿੰਦੇ ਨੇ ਉਰਜੋਈ, ਉਹਨੂੰ ਕਹਿੰਦੇ ਨੇ ਅਰਦਾਸ। ਮੈਂ ਤਰਨਾ ਚਾਹੁੰਦਾ, ਮੇਰੇ ਕੋਲ ਤਰਿਆ ਨਹੀਂ ਜਾਂਦਾ। ਹਾਂ ਅਜਾਣ ਜਨ ਤਰਵੇ ਨਾ ਜਾਨੂ, ਬਾਪ ਬੀਟਲਾ ਬਾਹ ਦੇ। ਮੈਨੂੰ ਨਹੀਂ ਤਰਨਾ ਆਉਂਦਾ, ਕਿਰਪਾ ਕਰ ਦੇ, ਮੈਨੂੰ ਤੁਲਹਾ ਦੇ ਦੇ, ਮੈਨੂੰ ਬੇੜੀ ਦੇ ਦੇ, ਮੇਰੀ ਬਾਂਹ ਫੜ ਲਾ, ਮੈਨੂੰ ਜਹਾਜ਼ ਦੇ ਦੇ, ਜਿੱਦਾਂ ਮਰਜੀ ਮੈਨੂੰ ਬਚਾ ਲੈ। ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰੈ, ਤਿਨ ਹੋਂ ਲੀਆ ਉਬਾਰੀ। ਉੱਪਰ ਭੁਜਾ ਕਰਕੇ ਜਦੋਂ ਬੰਦਾ ਡੁੱਬਦਾ ਹੈ ਨਾ, ਤਾਂ ਉਹਨੂੰ ਨਿਸ਼ਾਨੀ ਕਰਦੇ ਮੈਂ ਡੁੱਬਦਾ ਜਾ ਰਿਹਾ, ਮੈਨੂੰ ਕੋਈ ਬਚਾ ਲਓ। ਆਵਾਜ਼ ਤਾਂ ਮਾਰ ਹੀ ਨਹੀਂ ਸਕਦਾ, ਮੂੰਹ ਤਾਂ ਡੁੱਬ ਗਿਆ, ਮੂੰਹ ਤਾਂ ਡੁੱਬ ਗਿਆ, ਆਵਾਜ਼ ਤਾਂ ਮਾਰ ਹੀ ਨਹੀਂ ਸਕਦਾ, ਬਾਹਾਂ ਹੀ ਖੜੀਆਂ ਕਰ ਸਕਦਾ। ਪਰ ਜਦੋਂ ਬਾਂਹ ਖੜੀ ਕਰ ਦਿੰਦਾ ਮੈਂ ਸਿਲੰਡਰ ਹੋ ਗਿਆ, ਮੇਰੇ ਕੋਲ ਨਹੀਂ ਹੁੰਦਾ ਕਹਿੰਦਾ ਕੁਛ, ਫਿਰ ਗੁਰੂ ਬਚਾਉਂਦਾ। ਇਹ ਸੰਤ ਸਿਲੰਡਰ ਕਰ ਦਿੰਦੇ ਨੇ ਵੀ ਮੇਰੇ ਕੋਲ ਨਹੀਂ ਹੁੰਦਾ,
ਸੱਚੇ ਪਾਤਸ਼ਾਹ ਤੂੰ ਬਚਾ ਲਾ। ਫਿਰ ਕਹਿੰਦੇ ਸੰਤ ਉਦਰਣ, ਉਹ ਬਚਦੇ ਨੇ। ਜਦੋਂ ਬਚਦੇ ਨੇ ਉਹਨੂੰ ਪੁੱਛਿਆ, ਜਦੋਂ ਬੰਦਾ ਕਿਸੇ ਕੰਮ 'ਚ ਕਾਮਯਾਬ ਹੋ ਜਾਂਦਾ ਉਹਨੂੰ ਪੁੱਛਦੇ ਵੀ ਕਿੱਦਾਂ ਕਾਮਯਾਬ ਹੋਇਆ, ਉਹ ਫਿਰ ਦੱਸਦੇ ਨੇ ਇੱਦਾਂ ਕਾਮਯਾਬ ਹੋਇਆ। ਜਦੋਂ ਸੰਤ ਨੂੰ ਪੁੱਛਿਆ ਤੂੰ ਕਿੱਦਾਂ ਬਚਿਆ, ਕਹਿੰਦਾ ਮੈਨੂੰ ਰੱਬ ਨੇ ਬਚਾਇਆ, ਮੈਂ ਉਹਦਾ ਆਸਰਾ ਲਿਆ। ਕਿੱਦਾਂ ਆਸਰਾ ਲਿਆ, ਕਹਿੰਦੇ ਉਹਦੇ ਗੁਣ ਗਾ ਲੈ, ਉਹਦੇ ਗੁਣ ਗਾਉਣੇ ਹੀ ਉਸ ਦਾ ਸਹਾਰਾ ਹੈ, ਉਹਨੇ ਮੈਨੂੰ ਬਚਾ ਲਿਆ। ਕਹਿੰਦੇ ਤਿੰਨ ਹੌਲੀਆ ਉਬਾਰੀ, ਕਹਿੰਦੇ ਉਹਨੂੰ ਯਾਦ ਕੀਤਾ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰੈ। ਸੋ ਜਿਹੜੇ ਉਹਦੇ ਸੰਤ ਹੁੰਦੇ ਨੇ ਉਹ ਪਵਿੱਤਰ ਹੈ, ਉਹਨਾਂ ਦਾ ਸੰਗ ਵੀ ਪਵਿੱਤਰ ਹੈ। ਉਹ ਪਵਿੱਤਰ ਕਿਉਂ ਨੇ, ਉਹਨਾਂ ਦਾ ਸੰਗ ਕਿਉਂ ਪਵਿੱਤਰ ਹੈ, ਕਹਿੰਦੇ ਕਿਉਂਕਿ ਉਹਨਾਂ ਨੂੰ ਓਟ ਸਹਾਰਾ ਹਰ ਵਕਤ ਰੱਬ ਦਾ ਹੈ। ਹੋਰ ਕਿਸੇ ਦਾ ਸਹਾਰਾ ਨਹੀਂ ਤੱਕਦੇ, ਰੱਬ ਦਾ ਸਹਾਰਾ ਲੈਂਦੇ ਨੇ। ਔਰ ਸਭ ਤੋਂ ਨਿਰਮਲ, ਸਭ ਤੋਂ ਪਵਿੱਤਰ, ਸਭ ਤੋਂ ਉੱਚਾ, ਸਭ ਤੋਂ ਵੱਡਾ ਸਹਾਰਾ ਜਿਹੜਾ ਹੁੰਦਾ ਉਹ ਰੱਬ ਦਾ ਹੁੰਦਾ ਜੀ। ਅਤੇ ਰੱਬ ਦੇ ਪਿਆਰੇ, ਉਹਦੇ ਭਗਤ ਹਮੇਸ਼ਾ ਉਸੇ ਦੇ ਸਹਾਰੇ ਨੂੰ ਤੱਕਦੇ ਨੇ। ਇਹ 'ਚ ਮੈਲ ਨਹੀਂ ਹੁੰਦੀ। ਕਿਸੇ ਬੰਦੇ ਦਾ ਸਹਾਰਾ ਲਵਾਂਗੇ ਉਹ 'ਚ ਮੈਲ ਹੈ, ਉਹ ਐਵੇਂ ਨਹੀਂ ਕੋਈ ਸਹਾਰਾ ਦਊ, ਐਵੇਂ ਨਹੀਂ ਕੋਈ ਤੁਹਾਡੀ ਮਦਦ ਕਰੂ, ਉਹਦੇ ਅੰਦਰ ਕੋਈ ਮੈਲ ਹੈ, ਤਮਾ ਹੈ। ਤਮਾ ਨੂੰ ਮੈਲ ਕਹਿੰਦੇ ਨੇ, ਤਮਾ ਨੂੰ ਮੈਲ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ, ਬੜਾ ਵੱਡਾ ਦਾਤਾ ਜਦੋਂ ਸਹਾਰਾ ਦਿੰਦਾ ਤਮਾ ਨਹੀਂ ਕੋਈ ਹੁੰਦੀ ਹੈ। ਦੇਦਾ ਵੀ ਜ਼ਰੂਰਤਮੰਦ ਹੈ, ਲੋੜਵੰਦ ਹੈ, ਲੋੜਵੰਦ ਦੀ ਮਦਦ ਕਰੋ ਤਾਂ ਪਹਿਲਾਂ ਹੀ ਜ਼ਰੂਰਤਮੰਦ ਹੈ, ਉਹ ਤੁਹਾਨੂੰ ਕੀ ਦੇ ਦਊਗਾ ਵੀ, ਉਹ ਤਾਂ ਜ਼ਰੂਰਤਮੰਦ ਪਹਿਲਾਂ ਹੀ ਆ, ਉਹ ਕੀ ਦੇਵੇਗਾ, ਤੁਸੀਂ ਦਿਓਗੇ ਤਰਸ ਖਾ ਕੇ ਦਿਓਗੇ। ਰੱਬ ਮੇਰੇ 'ਤੇ ਤਰਸ ਖਾਧਾ, ਰੱਬ ਨੇ ਮੈਨੂੰ ਦਿੱਤਾ, ਮੈਨੂੰ ਉਸਨੇ ਸੋ ਮੇਰੇ 'ਤੇ ਉਹਨੇ ਰਹਿਮਤ ਕਰ ਦਿੱਤੀ, ਮੈਨੂੰ ਨਿਰਮਲ ਬਣਾ ਲਿਆ, ਨਿਰਮਲ ਬਣਾ ਤਾ। ਨਿਰਮਲਤਾਈ ਵੀ ਤਾਂ ਉਹ ਦਿੰਦਾ ਤਾਂ ਨਿਰਮਲ ਹੁੰਦਾ ਹੈ। ਨਿਰਮਲ ਉਹ ਸਾਫ਼ ਕਰਦਾ ਤਾਂ ਸਾਫ਼ ਹੁੰਦਾ ਹੈ। ਉਹ ਸਾਫ਼ ਕਿੱਦਾਂ ਕਰਦਾ, ਉਹ ਸਾਫ਼ ਕਰਨ ਦਾ ਤਰੀਕਾ ਦੱਸਦਾ, ਉਹ ਤਰੀਕਾ ਦੱਸਦਾ ਵੀ ਇੱਦਾਂ ਸਾਫ਼ ਹੋਈਦਾ, ਇੱਦਾਂ ਪਵਿੱਤਰ ਹੋਈਦਾ, ਮੁੜ ਕੇ ਮੈਲ ਨਹੀਂ ਲੱਗਣ ਦੇਣੀ। ਇਹ ਸੰਸਾਰ ਜਿਹੜਾ ਇਹਦੇ ਮੈਲ ਦੇ ਵਿੱਚ ਹੀ ਘੁੰਮਦਾ ਸਾਰੀ ਜ਼ਿੰਦਗੀ, ਪਰ ਮੈਲ ਨਹੀਂ ਲੱਗਣ ਦਿੰਦਾ। ਫਿਰ ਐਸਾ ਰੱਬ ਨੇ ਫਿਰ ਇਹ ਰੱਬ ਇਹ 'ਤੇ ਰਹਿਮਤ ਕਰ ਦਿੰਦਾ। ਨਿਰਮਲੰ ਸੰਤ ਸੰਗੇਣ। ਸੋ ਭਾਈ ਜਿਹੜਾ ਰੱਬ ਦੇ ਪਿਆਰਿਆਂ ਦਾ ਸੰਗ ਹੈ ਇਹਦੇ ਵਿੱਚ ਪਵਿੱਤਰ ਹੋ ਜਾਈਦਾ ਹੈ। ਓਟ ਨਾਨਕ ਪਰਮੇਸ਼ਰ ਹੈ। ਸੋ ਕਿਉਂਕਿ ਰੱਬ ਦੇ ਪਿਆਰਿਆਂ ਨੂੰ ਸਹਾਰਾ ਹੁੰਦਾ ਹੈ ਰੱਬ ਦਾ, ਸਭ ਤੋਂ ਵੱਡਾ ਸਹਾਰਾ। ਸੋ ਜਿਹਦੇ ਕਰਕੇ ਨਿਰਮਲ ਸਹਾਰਾ ਹੁੰਦਾ। ਨਿਰਮਲ ਸਹਾਰਾ ਮਿਲਿਆ ਤਾਂ ਨਿਰਮਲ ਹੋ ਗਏ। ਜੇ ਮੈਲ ਵਾਲਾ ਸਹਾਰਾ ਹੋਊਗਾ ਤਾਂ ਮੈਲ ਵਾਲੇ ਹੋਣਾ। ਜਿਹੜਾ ਤਾਂ ਰਿਸ਼ਵਤ ਦੇ ਕੇ ਨੌਕਰੀ ਲੈਂਦਾ, ਗਾਹਾਂ ਰਿਸ਼ਵਤਾਂ ਹੀ ਲੈਣੀਆਂ ਉਸਨੇ, ਕਿਉਂਕਿ ਉਹਦੇ 'ਚ ਮੈਲ ਸੀ, ਮੈਲ ਦੇ ਨਾਲ ਗਾਹਾਂ ਰਿਜ਼ਕ 'ਤੇ ਲੱਗਦਾ, ਗਾਹਾਂ ਫੇਰ ਉਹ ਮੈਲ ਇਕੱਠੀ ਕਰਦਾ। ਭਾਈ ਜਿਹਨੂੰ ਨਿਰਮਲ ਸਹਾਰਾ ਮਿਲ ਗਿਆ, ਜਿਹੜਾ ਮਿਹਨਤ ਕਰਦਾ, ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ, ਉਹ ਦੂਸਰੇ ਦਾ ਜਦੋਂ ਕਾਰਜ ਕਰਦਾ ਕਦੀ ਭਾਈ ਮੈਲ ਨਹੀਂ ਰੱਖਦਾ, ਮੈਲ ਨਹੀਂ ਰੱਖਦਾ। ਹੁਣ ਜਦੋਂ ਰੱਬ ਦਾ ਸਹਾਰਾ ਮਿਲ ਗਿਆ ਅਤੇ ਹੁਣ ਜਦੋਂ ਸੰਤ ਦੂਸਰੇ ਦਾ ਸਹਾਰਾ ਬਣਦਾ ਅਤੇ ਉਹਦੇ 'ਚ ਕੋਈ ਮੈਲ ਰੱਖਦਾ, ਨਿਰਮਲ ਸਹਾਰਾ ਦਿੰਦਾ, ਨਿਰਮਲ ਹੈ ਨਾ। ਕਿਸੇ ਦਾ ਬੁਰਾ ਕਰਕੇ ਚੰਗਾ ਨਹੀਂ ਕਰਨਾ, ਆਪਣਾ ਚੰਗਾ। ਮੈਂ ਕਿਸੇ ਦਾ ਬੁਰਾ ਕਰਕੇ ਆਪਣਾ ਚੰਗਾ ਕਰਾਂ ਅਤੇ ਇਹ ਤਾਂ ਚੰਗਿਆਈ ਤਾਂ ਹੋਈ ਨਹੀਂ, ਇਹ ਤਾਂ ਬੁਰਿਆਈ ਆ ਗਈ। ਬੁਰਿਆਈ ਤਾਂ ਪਹਿਲੋਂ ਹੋਈ। ਕਿਸੇ ਦਾ ਜੇ ਬੁਰਾ ਕਰਕੇ ਚੰਗਾ, ਉਹ ਬੁਰਿਆਈ ਤਾਂ ਪਹਿਲੋਂ ਆ ਗਈ ਨਾ, ਬੁਰਿਆਈ ਤਾਂ ਪਹਿਲੋਂ ਆ ਗਈ। ਇਹਨੂੰ ਸੰਤ ਰੱਬ ਦੇ ਪਿਆਰੇ ਪ੍ਰਵਾਨ ਨਹੀਂ ਕਦੀ ਕਰਦੇ। ਉਹ ਨਿਰਮਲ ਸਹਾਰਾ ਲੈਂਦੇ ਨੇ ਰੱਬ ਦਾ, ਪਰਮਾਤਮਾ ਦਾ, ਉਹਦੇ ਨਾਲ ਫਿਰ ਪਵਿੱਤਰ ਹੋ ਜਾਂਦੇ ਨੇ, ਮੈਲ ਤੋਂ ਰਹਿਤ ਹੁੰਦੇ ਨੇ। ਕਹਿੰਦੇ ਨੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਕਾਮ ਹੁੰਦਾ ਜਦੋਂ ਦੇਖਦੇ ਨਾ ਆਪਾਂ ਪੰਜਾਬ ਦੇ ਵਿੱਚ, ਜਦੋਂ ਭਾਦੋਂ ਦਾ ਮਹੀਨਾ ਹੁੰਦਾ, ਕਹਿੰਦੇ ਵੀ ਆ ਤਾਂ ਹੋਰੀ ਤਰ੍ਹਾਂ ਦਾ ਮੌਸਮ ਹੈ। ਕਹਿਣਾ ਪਸੀਨਾ ਆਉਂਦਾ, ਪੱਖੇ ਦੀ ਹਵਾ ਕੱਖ ਨਹੀਂ ਕਰਦੀ, ਪਸੀਨਾ ਹੀ ਆਈ ਜਾਂਦਾ, ਫਿਰ ਇੱਦਾਂ ਦੀ ਤਪਸ਼। ਗਰਮੀ ਉੱਦਾਂ ਆਵੇ, ਪਸੀਨਾ ਸੋ ਆਉਂਦਾ, ਗਰਮੀ ਕੁਛ ਹੋਰ ਤਰ੍ਹਾਂ ਦੀ। ਇੱਕ ਘਾਮ ਹੁੰਦੀ ਬੜੀ ਤਪਸ਼ ਜੀ, ਬੜੀ ਹੋਰੀ ਤਰ੍ਹਾਂ ਦੀ ਤਪਸ਼, ਦਿਲ ਨੂੰ ਕਾਹਲ ਪੈਂਦੀ ਹੈ।
ਇਹ ਵਿਕਾਰਾਂ ਦੀ ਇਹ ਤਪਸ਼ਿਆ, ਜਿਹੜੀ ਵਿਕਾਰਾਂ ਦੀ ਤਪਸ਼ਿਆ ਉਹਨੂੰ ਕਾਮ ਕਹਿ ਦਿੱਤਾ ਹੈ। ਹੁਣ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇਹ ਜਿਹੜੀ ਕਾਮ ਹੈ, ਜਿਹੜੀ ਵਿਕਾਰਾਂ ਦੀ ਤਪਸ਼ ਹੈ ਨਾ, ਮੂਲ ਨਾ ਮਿਟੀ ਕਾਮ। ਜਿੰਨੇ ਮਰਜ਼ੀ ਯਤਨ ਕਰ ਲਾ, ਕਹਿੰਦੇ ਵਿਕਾਰਾਂ ਦੀ ਤਪਸ਼ ਮਿਟ ਹੀ ਨਹੀਂ ਸਕਦੀ। ਦੇਖੋ ਉਹ 'ਚ ਦੱਸਿਆ ਮਹਾਰਾਜ ਨੇ ਚੰਦਨ, ਚੰਦਨ ਦੇ ਵਿੱਚ ਠੰਡ ਹੈ, ਕਿੰਨੀ ਠੰਡ ਹੈ ਵੀ ਚੰਦਨ ਦੇ ਵਿੱਚ। ਕਹਿੰਦੇ ਸੱਪਾਂ ਦੀ ਜ਼ਹਿਰ ਨੂੰ ਵੀ ਘੱਟ ਕਰਦਾ। ਜੇ ਸੱਪ ਨੂੰ ਚੰਦਨ ਦੇ ਦਰਖਤ ਤੋਂ ਠੰਡ ਮਿਲਦੀ ਹੈ ਤੇ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਚੰਦਨ ਦੇ ਵਿੱਚ ਕਿਤਨੀ ਕੁ ਸ਼ੀਤਲਤਾ ਹੀ ਹੋਵੇਗੀ, ਕਿੰਨੀ ਕੁ ਠੰਡ ਹੋਵੇਗੀ। ਹੁਣ ਉਹ ਚੰਦਨ ਦੀ ਲੱਕੜੀ ਨੂੰ ਰਗੜ ਰਗੜ ਕੇ ਭਾਵੇਂ ਜਿੰਨੇ ਮਰਜ਼ੀ ਤਿਲਕ ਲਾ ਲਓ, ਆ ਮੱਥੇ ਦੇ ਚੰਦਨ ਦੇ ਤਿਲਕ ਲਾਏ ਹੁੰਦੇ ਵੀ ਮੱਥਾ ਠੰਡਾ ਰਹਿੰਦਾ, ਕਹਿਣਾ ਚੰਦਨ ਠੰਡਾ ਹੁੰਦਾ ਨਾ, ਮੱਥਾ ਠੰਡਾ ਰਹਿੰਦਾ। ਹੁਣ ਮੱਥੇ 'ਤੇ ਲਾ ਲਓ, ਸਰੀਰ ਦੇ ਜਿੱਥੇ ਮਰਜ਼ੀ ਤੁਸੀਂ ਚੰਦਨ ਘਸਾ ਕੇ ਲਾ ਲਓ, ਜਿਹੜੀ ਮਨ ਨੂੰ ਵਿਕਾਰਾਂ ਦੀ ਤਪਸ਼ ਹੈ ਉਹ ਨਹੀਂ ਘੱਟ ਹੋਵੇਗੀ। ਬਾਣੀ ਕਹਿੰਦੀ, ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ। ਹੁਣ ਜਿਹੜਾ ਚੰਦਰਮਾ ਹੈ, ਜਿਹੜਾ ਚੰਦ ਹੈ, ਇਹ ਵੀ ਸ਼ੀਤਲਤਾ ਹੀ ਦਿੰਦਾ, ਠੰਡ ਦਿੰਦਾ। ਇੱਥੋਂ ਤੱਕ ਵੀ ਸੋ ਗੱਲ ਮੰਨੀ ਜਾਂਦੀ ਹੈ। ਕਹਿੰਦੇ ਇਹ ਜਿਹੜੇ ਕਈ ਐਸੇ ਮਣੀ ਵਾਲੇ ਸੱਪ ਵੀ ਸਾਰੇ ਨਹੀਂ ਹੁੰਦੇ। ਮਣੀ ਕੀ ਇੱਕ ਗਿਆਨ ਹੈ, ਜਿੱਦਾਂ ਗਿਆਨ ਹੈ ਇੱਦਾਂ ਹੀ ਸੱਪ ਦੇ ਕੋਲ ਮਣੀ ਹੈ। ਜਿਹੜੀ ਮਣੀ ਹੈ ਨਾ, ਉਹ ਸੱਪ ਦਾ ਗਿਆਨ ਹੈ ਮਣੀ। ਸੋ ਉਹ ਮਣੀ ਜਿਹੜੀ ਹੈ, ਇੱਕ ਤਾਂ ਉਹ ਸੱਪ ਨੇ ਮਣੀ ਵਾਲੇ, ਸੋ ਜਿਹੜੇ ਆਪਣੀ ਮਣੀ ਬਾਹਰ ਰੱਖਦੇ ਹੈ ਅਤੇ ਉਹਦੇ ਆਲੇ ਦੁਆਲੇ ਕੀੜੇ ਮਕੌੜੇ ਆਉਣ ਕੇ ਮਰੀ ਜਾਂਦੇ ਆ, ਡਿੱਗੀ ਜਾਂਦੇ, ਅਤੇ ਸੱਪ ਉਹਨਾਂ ਨੂੰ ਖਾਂਦਾ, ਆਪਣੇ ਪੇਟ ਪੂਜਾ ਕਰਦਾ। ਇੱਕ ਹੋਰ ਕਿਸਮ ਦੇ ਸੱਪ ਹੁੰਦੇ ਆ, ਉਹ ਜਦੋਂ ਪੂਰਨਮਾਸ਼ੀ ਦਾ ਚੰਦ ਪੂਰਾ ਹੁੰਦਾ ਹੈ ਅਤੇ ਆਪਣੀ ਮਣੀ ਨੂੰ ਬਾਹਰ ਰੱਖਦੇ ਆ, ਅਤੇ ਮਣੀ ਦੇ ਉੱਤੇ ਉਹਦੀਆਂ ਕਿਰਨਾਂ ਪੈਂਦੀਆਂ, ਉਹਦੇ ਵਿੱਚੋਂ ਫਿਰ ਅੰਮ੍ਰਿਤ ਝੜਦਾ ਹੈ। ਉਹ ਅੰਮ੍ਰਿਤ ਦੇ ਨਾਲ ਆਪਣੀ ਜ਼ਹਿਰ ਨੂੰ ਘੱਟ ਕਰਦੇ ਹੈ। ਜੇ ਸੱਪ ਦੀ ਜ਼ਹਿਰ ਘੱਟ ਹੋ ਜਾਏ, ਸੱਪ ਦੀ ਜ਼ਹਿਰ ਸੋ ਘੱਟ ਹੁੰਦੀ, ਜਾਂ ਤਾਂ ਫਿਰ ਮਣੀ ਦੇ ਨਾਲ, ਜਿਹਦਾ ਚੰਦ ਦੀ ਕਿਰਨ ਜਦੋਂ ਪੈਂਦੀ ਮਣੀ 'ਤੇ ਉਹਦੇ ਵਿੱਚ ਅੰਮ੍ਰਿਤ ਝੜਦਾ, ਜਾਂ ਤਾਂ ਘੱਟ ਹੁੰਦੀ, ਜਾਂ ਕਿਸੇ ਦੇ ਡੰਗ ਮਾਰਦਾ, ਮਜਬੂਰੀ 'ਚ ਡੰਗ ਮਾਰਦਾ, ਫਿਰ ਇਹਦੀ ਜ਼ਹਿਰ ਘੱਟ ਹੁੰਦੀ ਹੈ। ਨਹੀਂ ਤਾਂ ਆਪਣੀ ਹੀ ਜ਼ਹਿਰ ਦੇ ਨਾਲ ਇਹ ਸੜਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਕਹਿੰਦੇ ਜੇ ਬਾਣੀ ਨਹੀਂ ਤੇਰੀ ਜ਼ਿੰਦਗੀ ਦੇ ਵਿੱਚ ਹੈ ਨਾ, ਇੱਕ ਸੱਪ ਵਰਗਾ ਤੇਰਾ ਜੀਵਨ ਹੈ, ਸੱਪ ਵਰਗਾ। ਨਾ ਦਿਨੇ ਚੈਨ ਹੈ, ਨਾ ਰਾਤ ਨੂੰ ਨੀਂਦਰ ਹੈ। ਆਹ ਹਾਲਤ ਹੋ ਜਾਂਦੀ ਹੈ। ਹੁਣ ਇਹ ਜਿਹੜਾ ਚੰਦ ਹੈ, ਇਹ ਵੀ ਨਹੀਂ ਠੰਡਕ ਦੇ ਸਕਦਾ, ਭਾਵੇਂ ਪੂਰਨਮਾਸ਼ੀ ਦੀ ਰਾਤ ਵਿੱਚ ਬਾਹਰ ਬਹਿ ਜਾ, ਮਨ ਨੂੰ ਠੰਡਾ ਨਹੀਂ ਕਰ ਸਕਦਾ। ਮਨ ਵਿੱਚ ਇੰਨਾ ਜ਼ਹਿਰ ਹੈ, ਮਨ ਦਾ ਜੋ ਜ਼ਹਿਰ ਹੈ, ਸੱਪ ਦਾ ਜ਼ਹਿਰ ਇਹਦੇ ਮੁਕਾਬਲੇ 'ਤੇ ਕੀ ਹੈ। ਬੜਾ ਜ਼ਹਿਰੀਲਾ ਨਾਗ ਹੈ, ਇਸ ਨੂੰ ਕੀਲਣਾ ਕਿਤੇ ਸੌਖੀ ਗੱਲ ਥੋੜ੍ਹੀ ਹੈ। ਆ ਜਿੰਨੇ ਜ਼ੁਲਮ ਹੁੰਦੇ ਨੇ ਦੁਨੀਆ ਦੇ ਉੱਤੇ, ਇਹ ਮਨ ਦਾ ਜ਼ਹਿਰ ਹੀ ਤਾਂ ਹੈ, ਹੋਰ ਕੀ ਹੈ। ਮਨ ਦਾ ਜ਼ਹਿਰ ਹੀ ਹੈ। ਪਿਓ ਪੁੱਤ ਨੂੰ ਮਾਰਦਾ, ਭਰਾ ਨੂੰ ਮਾਰਦਾ, ਸੋ ਕਿੰਨੇ ਬੇਵਿਚਾਰ, ਇਹ ਮਨ ਦਾ ਜ਼ਹਿਰ ਹੈ ਸਾਰਾ। ਸੋ ਮਨ ਵਿੱਚ ਜਿਹੜਾ ਕਪਟ ਹੈ, ਵਾਲਿਆ ਛਾਲਿਆ, ਠੱਗੀ, ਧੋਖਾ, ਫਰੇਬ, ਕੀ ਹੈ? ਜ਼ਹਿਰ ਹੈ। ਇਹ ਭਾਵੇਂ ਜਿੰਨਾ ਮਰਜ਼ੀ ਤੂੰ ਚੰਦ ਦੀਆਂ ਕਿਰਨਾਂ 'ਚ ਬਹਿ ਜਾ, ਹੈ ਨਾ, ਅਤੇ ਇਹਦੇ ਨਾਲ ਇਹ ਮਨ ਦਾ ਜ਼ਹਿਰ ਨਹੀਂ ਖਤਮ ਹੋ ਸਕਦਾ। ਮੂਲ ਨਾ ਮਿਟੀ ਕਾਮ। ਕਹਿੰਦੇ ਦੂਜਾ ਕਹਿੰਦੇ ਸਰਦ ਰੁੱਤ। ਆ ਠੰਡੀਆਂ ਰਾਤਾਂ ਜਿਹੜੀਆਂ ਹੁੰਦੀਆਂ, ਜਦੋਂ ਠੰਡੀਆਂ ਰਾਤਾਂ ਹੁੰਦੀਆਂ, ਇੰਨੀ ਸਰਦੀ ਹੁੰਦੀ ਹੈ, ਇਹਦੇ ਨਾਲ ਭਾਈ ਸਭ ਕੁਝ ਹੀ ਠੰਡਾ ਹੋ ਜਾਂਦਾ, ਸਭ ਕੁਝ। ਭਾਵੇਂ ਤੁਸੀਂ ਕਮਰੇ 'ਚ ਹੋ, ਇਹਦਾ ਹੁਣ ਆਪਾਂ ਇੱਥੇ ਕਮਰਿਆਂ 'ਚ ਹੀਟ ਲੱਗੀ ਹੋਈ ਹੈ ਤਾਂ ਬਚਾਇਆ, ਹੀਟ ਬੰਦ ਕਰਕੇ ਦੇਖੋ, ਹਾਂਜੀ, ਕਮਰਿਆਂ ਵਿੱਚ ਵੀ ਸਭ ਕੁਝ ਠੰਡਾ ਹੁੰਦਾ, ਸਭ ਕੁਝ ਠੰਡਾ ਹੁੰਦਾ। ਸਰਦ ਰੁੱਤ ਇੰਨਾ ਅਸਰ ਕਰਦੀ ਹੈ। ਬੜੀਆਂ ਬੜੀਆਂ ਬਿਲਡਿੰਗਾਂ ਨੂੰ ਠੰਡਾ ਕਰ ਦਿੰਦੀ ਹੈ ਸਰਦ ਰੁੱਤ, ਪਰਬਤਾਂ ਨੂੰ ਠੰਡਾ ਕਰ ਦਿੰਦੀ ਹੈ ਸਰਦ ਰੁੱਤ। ਅਸੀਂ ਜੇ ਕੁਝ ਕਮਰਾ ਠੰਡਾ ਕਰਨਾ ਹੋਵੇ ਤਾਂ ਉੱਥੇ ਸਾਨੂੰ ਬੜਾ ਕੁਝ ਯਤਨ ਕਰਨਾ ਪੈਂਦਾ ਹੈ। ਭਾਵੇਂ ਜਿਹੜੀਆਂ ਬਿਲਡਿੰਗਾਂ ਨੂੰ ਠੰਡਿਆਂ ਕਰ ਦਿੰਦਾ, ਆਸਮਾਨ ਸਾਰਾ ਠੰਡਾ ਕਰ ਦਿੰਦੀ ਹੈ ਸਰਦ ਰੁੱਤ। ਸਰਦ ਰੁੱਤ ਦੇ ਵਿੱਚ ਇੰਨੀ ਪਾਵਰ ਹੈ। ਪਰ ਆ ਜਿਹੜਾ ਸਾਡਾ ਮਨ ਆ ਨਾ, ਸਰਦੀਆਂ ਦੀ ਰੁੱਤ ਵਿੱਚ ਬਾਹਰ ਬਹਿ ਕੇ ਦੇਖ ਲਿਓ,
ਸਰੀਰ ਦਾ ਖੂਨ ਜੰਮ ਜੂ, ਸਰੀਰ ਠੰਡਾ ਹੋ ਜੂ, ਵਿਕਾਰਾਂ ਦੀ ਤਪਸ਼ ਨਹੀਂ ਕੱਢਦੀ ਕਦੀ, ਵਿਕਾਰਾਂ ਦੀ ਤਪਸ਼ ਨਹੀਂ ਕੱਢਦੀ ਹੈ। ਇਸ ਕਰਕੇ ਇਹਦਾ ਭਾਈ ਠੰਡੀਆਂ ਰਾਤਾਂ ਦੇ ਵਿੱਚ ਵੀ ਸੋ ਇਹਦੀ ਜਿਹੜੀ ਘਾਮ ਹੈ ਮੂਲ ਨਾ ਮਿੱਟੀ ਮਾਸਾ ਵੀ ਨਹੀਂ ਘੱਟ ਹੁੰਦੀ ਕਹਿੰਦੇ। ਫਿਰ ਠੰਡਾ ਹੁੰਦਾ ਵੀ ਹੈ ਮਨ, ਕਿੱਦਾਂ ਠੰਡਾ ਹੁੰਦਾ ਹੈ, ਇਹ ਵਿਕਾਰਾਂ ਦੀ ਤਪਸ਼ ਕਿੱਦਾਂ ਕੱਢਦੀ, ਉਹ ਵੀ ਜੁਗਤੀ ਦੱਸਦੇ ਨੇ ਪਾਤਸ਼ਾਹ। ਉਹ ਕੀ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੋ ਜਾਂਦਾ ਹੈ ਠੰਡਾ, ਥੀਵੈ ਹੁੰਦਾ ਹੋ ਜਾਂਦਾ ਹੈ, ਇਹ ਨਹੀਂ ਵੀ ਨਹੀਂ ਹੁੰਦਾ, ਸ਼ੀਤਲ ਠੰਡਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਨਾਮ ਜਪਿਆ ਜਾਂਦਾ, ਵਾਹਿਗੁਰੂ ਕਹਿਣਾ ਤਾਂ ਇੱਕ ਵਾਰੀ ਪ੍ਰੇਮ ਦੇ ਨਾਲ ਕਹੋ, ਦੇਖੋ ਕਿੱਦਾਂ ਠੰਡਾ ਹੁੰਦਾ ਹੈ। ਬਾਣੀ ਪੜ੍ਹਨੀ ਹੈ, ਸੁਣਨੀ ਹੈ ਪ੍ਰੇਮ ਦੇ ਨਾਲ, ਪ੍ਰੇਮ ਤੋਂ ਬਿਨਾਂ ਨਹੀਂ। ਜਦੋਂ ਪ੍ਰੇਮ ਦੇ ਨਾਲ ਬਾਣੀ ਸਿੱਖ ਪੜ੍ਹਦਾ ਸੁਣਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਸਤਸੰਗ ਕਰਦਾ, ਇਹ ਮਨ ਨੂੰ ਜਿਹੜੀ ਤਪਸ਼ ਆ ਨਾ, ਇਹ ਕੁੜਦਾ ਰਹਿੰਦਾ, ਖਿੱਚਦਾ ਰਹਿੰਦਾ, ਸੜਦਾ ਭੁੱਜਦਾ ਰਹਿੰਦਾ, ਇੱਕਦਮ ਸ਼ੀਤਲ ਹੋ ਜਾਂਦਾ, ਠੰਡਾ ਠਾਰ ਹੋ ਜਾਂਦਾ, ਜਿਵੇਂ ਕੋਲਿਆਂ ਦੇ ਉੱਤੇ ਪਾਣੀ ਪਾ ਦੇਈਦਾ। ਇੱਦਾਂ ਮਹਾਰਾਜ ਕਹਿੰਦੇ ਮਾਧੋ ਇਹ ਜਿਹੜਾ ਜਲ ਹੈ ਨਾ, ਜਲ ਕੀ ਪਿਆਸ ਨਾ ਜੇ। ਸੋ ਇਸ ਜਲ ਤੋਂ ਬਿਨਾਂ ਮਨ ਦੀ ਪਿਆਸ ਨਹੀਂ ਜਾਂਦੀ। ਜਲ ਤੋਂ ਬਿਨਾਂ ਜਿਹੜਾ ਅੰਮ੍ਰਿਤ ਜਲ ਹੈ ਨਾ, ਮਨ ਤਾਂ ਪਿਆਸਾ ਰਹਿੰਦਾ ਹੈ, ਮਨ ਤੜਫਦਾ ਰਹਿੰਦਾ, ਮਨ ਤਪਦਾ ਰਹਿੰਦਾ। ਜੇ ਇਹਦੀ ਅੱਗ ਨੂੰ ਬੁਝਾਉਣਾ ਹੈ ਨਾ, ਅਤੇ ਉਹ ਜਿਹੜਾ ਅੰਮ੍ਰਿਤ ਜਲ ਹੈ ਉਹ ਇੱਥੇ ਪਾਉਣਾ ਪੈਣਾ। ਜਿੱਦਾਂ ਪਾਣੀ ਪੀਣ ਤੋਂ ਬਿਨਾਂ ਤੁਸੀਂ ਪਿਆਸ ਕਿੱਦਾਂ ਬੁਝਾ ਲਓਗੇ। ਪਾਣੀ ਦੀ ਜਗ੍ਹਾ ਜੋ ਮਰਜ਼ੀ ਲੈ ਕੇ ਦੇਖ ਲਓ, ਦੁੱਧ ਪੀ ਲਓ, ਜੂਸ ਪੀ ਲਓ, ਜੋ ਮਰਜ਼ੀ ਪੀ ਲਓ, ਪਾਣੀ ਪਾਣੀ ਹੀ ਹੈ। ਜਿਹੜੀ ਪਿਆਸ ਪਾਣੀ ਨੇ ਬੁਝਾਉਣੀ ਆ, ਹੋਰ ਕੋਈ ਵੀ ਤਰਲ ਪਦਾਰਥ ਨਹੀਂ ਬੁਝਾ ਸਕਦਾ। ਮਨ ਦੀ ਤਪਸ਼ ਨੂੰ ਜੇ ਠੰਡਾ ਕਰਨਾ ਹੈ ਤੇ ਉਹ ਇਹ ਅੰਮ੍ਰਿਤ ਜਲ ਹੀ ਹੈ, ਉਹ ਤੋਂ ਬਿਨਾਂ ਤਪਸ਼ ਨਹੀਂ ਜਾ ਸਕਦੀ। ਇਸ ਅੰਮ੍ਰਿਤ ਜਲ ਦੇ ਨਾਲ ਹੀ ਤਪਸ਼ ਜਾਂਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪੌੜੀ, ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਆਪਾਂ ਅਕਸਰ ਦੇਖਿਆ ਹੋਵੇਗਾ, ਇੱਕ ਕਪੈਸਿਟੀ ਹੁੰਦੀ, ਕਪੈਸਿਟੀ ਸਮਰੱਥਾ, ਜਿਹਨੂੰ ਸਮਰੱਥਾ ਕਹਿੰਦੇ ਨੇ। ਹੁਣ ਆਹ ਜਿਹੜਾ ਜਹਾਜ਼ ਉੱਡਦਾ, ਇਹਦੀ ਵੀ ਇੱਕ ਸਮਰੱਥਾ, ਸੀਟਾਂ ਆ, ਵੀ ਇੰਨਾ ਇਹ ਸਵਾਰੀਆਂ ਦਾ ਭਾਰ ਲੈ ਕੇ ਜਾਂਦਾ। ਉਹ ਕਹਿੰਦੇ ਵੀ ਭਾਈ ਇੱਕ ਅਟੈਚੀ ਲਿਜਾਓਗੇ, ਦੋ ਲਿਜਾਓਗੇ, ਇੰਨਾ ਨਹੀਂ, ਇਦੋਂ ਵੱਧ ਨਹੀਂ ਲਿਜਾ ਸਕਦੇ। ਸਾਨੂੰ ਹੀ ਲੱਗਦਾ ਵੀ ਇੱਕ ਅਟੈਚੀ, ਅਤੇ ਕਿੰਨੇ ਅਟੈਚੀ ਇਕੱਠੇ ਕਰਕੇ ਲੈ ਕੇ ਉੱਡਦਾ। ਉਹਦੀ ਇੱਕ ਕਪੈਸਿਟੀ ਹੈ, ਉਹਦੀ ਸਮਰੱਥਾ ਹੈ। ਓਵਰਲੋਡ ਥੋੜ੍ਹੀ ਹੋ ਜੂ, ਕਿੱਦਾਂ ਉੱਡ ਜੂ ਫਿਰ। ਇੱਦਾਂ ਚਾਹੇ ਸਮੁੰਦਰੀ ਜਹਾਜ਼ ਹੈ, ਚਾਹੇ ਭਾਈ ਉੱਪਰ ਉੱਡਦੇ ਜਹਾਜ਼ ਨੇ, ਚਾਹੇ ਤੁਸੀਂ ਟੈਕਸੀ 'ਚ ਬੈਠੇ ਆ, ਆਪਣੀ ਕਾਰ ਦੀ, ਤੁਹਾਡੀ ਕਾਰ ਦੀ ਵੀ ਸਮਰੱਥਾ। 4 ਬਹਿਣੇ ਤਾਂ 4 ਹੀ ਬਹਿਣੇ, 10 ਨਹੀਂ ਬਹਿ ਜਾਣੇ। 10 ਕਿੱਦਾਂ ਬਹਿ ਜਾਣਗੇ, ਉਹਦੀ ਸਮਰੱਥਾ ਹੀ ਇੰਨੀ ਹੈ। ਹਰ ਇੱਕ ਚੀਜ਼ ਦੀ ਲਿਮਿਟ ਹੈ। ਤੁਹਾਡੇ ਭੋਜਨ ਖਾਣ ਦੀ ਵੀ ਲਿਮਿਟ ਹੈ। 2 ਰੋਟੀਆਂ ਦੀ ਭੁੱਖ ਹੈ ਤਾਂ 10 ਕਿੱਦਾਂ ਖਾ ਲੂੰਗੇ, ਸਮਰੱਥਾ ਹੈ। ਸੋ ਬੇੜੀ ਹੈ, ਬੇੜੀ ਵਿੱਚ ਸਮਰੱਥਾ ਮਲਾਹ ਨੂੰ ਪਤਾ ਵੀ ਇੰਨੇ ਬਹਿਣੇ ਆ, ਓਨੇ ਬਣਾਉਂਦਾ, ਘਾਟੇ ਬਹਾਊਗਾ। ਭਾਈ ਜਦੋਂ ਬੇੜੀ ਮੱਝ ਧਾਰ ਵਿੱਚ ਚਲੀ ਗਈ, ਉੱਥੇ ਥੋੜ੍ਹੀ ਕਿਸੇ ਨੂੰ ਲਾਹ ਸਕਦਾ, ਉਹਦਾ ਪਹਿਲਾਂ ਹੀ ਘੱਟ ਬਣ ਵੀ ਖਤਰਾ ਨਹੀਂ ਮੁੱਲ ਲੈਣਾ। ਹੁਣ ਇੱਥੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ। ਗੁਰੂ ਦੇ ਚਰਨਾਂ ਕਮਲਾਂ ਦਾ ਜਿਹੜਾ ਜਹਾਜ਼ ਹੈ, ਏਡੀ ਸਮਰੱਥਾ ਕਿੰਨੀ ਕੁ ਹੈ। ਕਹਿੰਦੇ ਜਿੰਨੇ ਮਰਜ਼ੀ ਇਸ ਜਹਾਜ਼ ਵਿੱਚ ਆ ਜਾਣ, ਜਿੰਨੇ ਮਰਜ਼ੀ, ਇਹਦੀ ਕੋਈ ਕਪੈਸਿਟੀ ਨਹੀਂ, ਕੋਈ ਲਿਮਿਟ ਨਹੀਂ ਹੈ ਇੱਥੇ। ਪਰ ਨਿੱਤਰ ਦੇ ਘੱਟ ਨੇ, ਚੜ੍ਹਨੇ ਵਾਲੇ ਘੱਟ ਨੇ, ਉਹਨਾਂ ਦੇ ਜਹਾਜ਼ ਹੀ ਨਹੀਂ ਲੱਭਦਾ। ਜੇ ਜਹਾਜ਼ ਲੱਭ ਗਿਆ ਤਾਂ ਜਹਾਜ਼ ਵਿੱਚ ਪਹੁੰਚਣਾ ਕਹਿੰਦਾ ਉਹੀਓ ਨਹੀਂ, ਰਸਤਾ ਹੀ ਨਹੀਂ ਮਿਲਦਾ। ਜਹਾਜ਼ ਤਾਂ ਖੜ੍ਹਾ, ਜਹਾਜ਼ ਤਾਂ ਸਾਰੇ ਖੜ੍ਹੇ ਦੇਖ ਲੈਂਦੇ, ਚਾਹੇ ਸਮੁੰਦਰੀ ਜਹਾਜ਼ ਹੈ, ਚਾਹੇ ਹਵਾਈ ਜਹਾਜ਼ ਹੈ। ਉਹਦੇ ਵਿੱਚ ਉਹਦੇ ਅੰਦਰ ਬਣਨ ਦਾ ਵੀ ਇੱਕ ਪ੍ਰੋਸੀਜਰ ਹੈ, ਉਹ ਨਹੀਂ ਫੋਲੋ ਕਰਦੇ, ਅਸੀਂ ਉਹਦੇ ਵਿੱਚ ਜਾ ਹੀ ਨਹੀਂ ਸਕਦੇ ਬਈ। ਇੱਦਾਂ ਹੀ ਗੁਰ ਸ਼ਬਦ ਇੱਕ ਜਹਾਜ਼ ਹੈ, ਕਪੈਸਿਟੀ ਬੜੀ ਇਹਦੀ, ਜਿੰਨੇ ਮਰਜ਼ੀ ਆ ਜਾਣ। ਪਰ ਇੱਕ ਇਹਦਾ ਜਿਹੜਾ ਪ੍ਰੋਸੀਜਰ ਹੈ ਉਹ ਕੀ ਹੈ, ਜਨ ਬਣਨਾ ਪੈਂਦਾ ਹੈ। ਜਿਹੜਾ ਜਨ ਬਣ ਗਿਆ ਉਹ ਇਹਦੇ ਵਿੱਚ ਸਵਾਰ ਹੋ ਜਾਂਦਾ ਹੈ। ਹੁਣ ਇੱਦਾਂ ਦੇ ਜਿਹੜੇ ਜਨ ਬਣ ਗਏ ਨੇ, ਜਿੰਨੇ ਮਰਜ਼ੀ ਆ ਜਾਣਗੇ, ਜਿੰਨੇ, ਇਹਨਾਂ ਦੀ ਕੋਈ ਫਿਰ
ਉਹਦੀ ਕੋਈ ਲਿਮਟ ਨਹੀਂ ਹੈ ਵੀ 2 ਜਾਣੇ ਹੀ ਬੈਠ ਸਕਦੇ ਆ, 5 ਜਾਣੇ ਹੀ ਬੈਠ ਸਕਦੇ। ਸਗਲੇ ਜਨ, ਚਾਹੇ ਸਾਰਾ ਸੰਸਾਰ ਜਨ ਬਣ ਜਾਵੇ, ਉਹ ਤੋਂ ਸਾਰਿਆਂ ਨੂੰ ਲੈ ਕੇ ਉੱਡ ਜਾਓ, ਸਾਰਿਆਂ ਨੂੰ ਪਾਰ ਕਰ ਦਿਓ। ਕਹਿੰਦੇ ਐਡੀ ਕਪੈਸਿਟੀ ਹੈ, ਜਿਹੜਾ ਬਾਣੀ ਕਾ ਬਹੁਤ ਗੁਰੂ ਜਹਾਜ਼ ਜਿਹੜਾ ਐਡੀ ਕਪੈਸਿਟੀ ਹੈ ਇਸ ਦੀ। ਕਹਿੰਦੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ, ਜਿਨ੍ਹਾਂ ਦਾ ਵੀ ਅੱਜ ਤੱਕਰ ਪਾਰ ਉਤਾਰਾ ਜਾਏ, ਜਿੱਦਾਂ ਦੀ ਹੁਣ ਬਾਣੀ ਹੈ ਉਧਰੇ ਨੇ, ਇੱਥੋਂ ਨਿਕਲੇ ਨੇ ਬਈ, ਸੰਸਾਰ 'ਚ ਹੀ ਆਏ। ਜਿਹੜਾ ਸੰਸਾਰ 'ਚ ਨਹੀਂ ਆ ਉਹਦੀ ਬਾਣੀ ਦੱਸੋ ਹੈਗੀ? ਨਹੀਂ ਉਹਦੀ ਬਾਣੀ ਹੈਗੀ ਤਾਂ ਦੱਸੋ। ਜਿਹੜੇ ਸੰਸਾਰ 'ਚ ਆਏ ਉਹਨਾਂ ਦੀ ਬਾਣੀ ਹੈ ਇਹ, ਕੋਈ ਸੋ ਹੈ ਨਹੀਂ ਕਾਲਪਨਿਕ ਬਾਣੀ ਨਹੀਂ ਹੈ ਵੀ ਕਾਲਪਨਿਕ ਕਿਆ ਕਹਿੰਦੀ, ਬਕਾਇਦਾ ਉਹਨਾਂ ਦਾ ਨਾਂ ਆ। ਗੁਰੂ ਸਾਹਿਬ ਨੇ ਲਿਖਿਆ, ਜੇ ਭਗਤ ਦੀ ਵੀ ਬਾਣੀ, ਭਗਤ ਦਾ ਨਾਂ ਦਰਜ ਕਰ ਦਿੱਤਾ। ਹਿਸਟਰੀ ਬੋਲ ਕੇ ਦੇ ਲਓ ਵੀ ਹਾਂ ਵੀ ਭਗਤ ਹੋਇਆ। ਉਹ ਡੇਟਾਂ ਦਾ ਫਰਕ ਹੋ ਸਕਦਾ, ਪਰ ਇਹ ਨਹੀਂ ਕੋਈ ਕਹਿ ਸਕਦਾ ਰਵਿਦਾਸ ਨਹੀਂ ਹੋਇਆ, ਇਹ ਨਹੀਂ ਕਹਿ ਸਕਦਾ ਕਬੀਰ ਨਹੀਂ ਹੋਇਆ। ਡੇਟਾਂ ਦਾ ਫਰਕ ਹੋ ਸਕਦਾ, ਬੜੀ ਗੱਲ ਨਹੀਂ। ਭੱਟਾਂ ਦੀ ਬਾਣੀ ਉਹਨਾਂ ਦਾ ਵੀ ਜ਼ਿਕਰ ਆਉਂਦਾ, ਹੋਏ ਨੇ ਭੱਟ। ਸੋ ਇਹ ਸਭ ਕੁਝ ਹੋਇਆ ਅਤੇ ਉਹ ਗਿਆਨ ਜਿਹੜਾ ਸਾਨੂੰ ਮਿਲਿਆ ਉਹਨਾਂ ਦੇ ਕੋਲੋਂ, ਜਿਹੜੇ ਉਧਰੇ, ਜਿਹੜੇ ਬਚ ਗਏ ਵਿਕਾਰਾਂ ਤੋਂ, ਸੰਸਾਰ 'ਚੋਂ ਨਿਕਲ ਗਏ, ਉਹਨਾਂ ਨੇ ਗੱਲ ਮੋਹਰ ਲਾਤੀ ਵੀ ਇੱਦਾਂ ਬਚਿਆ ਜਾਂਦਾ। ਜਨ ਬਣ ਜਾਓ, ਕਪੈਸਿਟੀ ਕੋਈ ਨਹੀਂ, ਸਾਰਾ ਸੰਸਾਰ ਜਨ ਬਣ ਜਾਵੇ, ਸਾਰਿਆਂ ਨੂੰ ਹੀ ਲੈ ਕੇ ਕਹਿੰਦੇ ਉੜ ਜਾਓ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਹਦਾ ਸੇਵਕ ਬਣ ਗਿਆ, ਉਹਦਾ ਜਨ ਬਣ ਗਿਆ, ਉਹ 'ਚ ਐਡੀ, ਉਹਦੇ 'ਚ ਐਡੀ ਸਮਰੱਥਾ ਹੋ ਜਾਂਦੀ ਹੈ ਜਿਹੜਾ ਜਨ ਬਣ ਗਿਆ। ਅਤੇ ਇੱਕ ਨਾਮ ਦੀ ਕਣੀ ਦੇ ਨਾਲ ਸਾਰਿਆਂ ਨੂੰ ਉਧਾਰ ਕਰਨ ਦੀ ਸਮਰੱਥਾ। ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਇੱਕ ਕਣੀ, ਉਹ ਏਡੀ ਸਮਰੱਥਾ ਤਾਂ ਹੁੰਦਾ। ਅਤੇ ਜਿਹਦੀ ਬਾਣੀ ਪੜ੍ਹ ਕੇ ਉਹ ਉਧਰਿਆ ਅਤੇ ਉਹਦੀ ਸਮਰੱਥਾ ਬਈ ਕਿੱਡੀ ਹੋਵੇਗੀ, ਉਹ ਕਿੱਡੀ ਸਮਰੱਥਾ ਦਾ ਮਾਲਕ ਹੋਵੇਗਾ। ਅੱਗੇ ਕਹਿੰਦੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਜਦੋਂ ਗੁਰਬਾਣੀ ਦੁਆਰਾ ਭਾਈ ਰੱਬ ਦਾ ਪ੍ਰਤਾਪ ਸੁਣਿਆ, ਕਿੱਡੀ ਕੁ ਸਮਰੱਥਾ ਦਾ ਮਾਲਕ ਹੈ, ਕਿੱਡਾ ਕੁ ਦਾ ਪ੍ਰਤਾਪ ਹੈ, ਜਦੋਂ ਸੁਣਿਆ ਨਾ, ਮੇਰਾ ਮਨ ਵੀ ਨਿਰਭਉ ਹੋ ਗਿਆ। ਮੇਰਾ ਖਸਮ, ਮੇਰਾ ਮਾਲਕ, ਮੇਰਾ ਸੁਆਮੀ, ਮੇਰਾ ਪਿਤਾ ਏਡੀ ਸਮਰੱਥਾ ਦਾ ਮਾਲਕ, ਅਤੇ ਮੈਂ ਕਾਹਨੂੰ ਭੈ ਖਾਵਾਂ। ਨਾ ਜਮਾਂ ਦਾ ਭੈ, ਨਾ ਵਿਕਾਰਾਂ ਦਾ ਡਰ, ਨਾ ਕਰਮਾਂ ਦਾ ਡਰ। ਬੰਦਾ ਕਰਮਾਂ ਤੋਂ ਡਰਦਾ, ਪਿੱਟਦਾ ਵੀ ਇਹ ਮਾੜੇ ਕਰਮ ਆ ਗਏ, ਬੜਾ ਹਾਏ ਹਾਏ ਕਰਦਾ। ਰੱਬ ਦਾ ਪਿਆਰਾ ਤਾਂ ਫਿਰ ਚਲੋ ਮਾੜੇ ਕਰਮ ਤਾਂ ਹੁੰਦੇ ਹੀ ਹੈ, ਆ ਗਏ ਹਾਏ ਹਾਏ ਨਹੀਂ ਕਰਦਾ, ਹੋਰ ਭਜਨ ਕਰਦਾ, ਹੋਰ ਬੰਦਗੀ ਕਰਦਾ। ਭਾਈ ਇਹ ਮਾੜੇ ਕਰਮਾਂ ਦਾ ਛੇਕ ਨਾ ਲੱਗੇ ਮੈਨੂੰ, ਵੀ ਹੋਰ ਨਾ ਹੋਣ। ਉਹ ਫਿਰ ਸੂਲੀ ਤੋਂ ਸੂਲ ਬਣਾ ਕੇ ਕਟਾਈ ਜਾਂਦਾ, ਐਸਾ ਕਰਦਾ। ਨਿਰਭਉ ਮਨ ਉਦੋਂ ਹੁੰਦਾ ਜਦੋਂ ਆਪਣੇ ਗੁਰੂ ਦਾ ਇਹ ਪ੍ਰਤਾਪ ਸੁਣਦਾ। ਟੂਟ ਨ ਆਵੈ ਮੂਲ ਸੰਚਿਆ ਨਾਮ ਧਨ। ਜਿਨ੍ਹਾਂ ਨੇ ਨਾਮ ਧਨ ਇਕੱਠਾ ਕਰ ਲਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਐਸਾ ਧਨ ਹੈ ਜਿੰਨਾ ਮਰਜ਼ੀ ਇਹਨੂੰ ਵਰਤੀ ਜਾਓ, ਵਰਤਾਈ ਜਾਓ, ਕਦੀ ਘਟਦਾ ਨਹੀਂ ਹੈ। ਔਰ ਜਿਸ ਦੇ ਕੋਲ ਨਾਮ ਧਨ ਹੈ, ਨਾਮ ਹੈ, ਦੁਨੀਆ ਦੇ ਵੀ ਪਦਾਰਥਾਂ ਦਾ ਕਦੀ ਉਸ ਨੂੰ ਘਾਟਾ ਨਹੀਂ ਪੈ ਸਕਦਾ ਜੀ। ਸਵਾਲ ਹੀ ਨਹੀਂ ਪੈਦਾ ਹੁੰਦਾ ਦੁਨੀਆ ਦੇ ਕਿਸੇ ਵੀ ਪਦਾਰਥ ਦਾ ਉਸ ਕੋਲ ਘਾਟਾ ਹੋ ਜਾਵੇ, ਸੋ ਨਹੀਂ ਹੋ ਸਕਦਾ, ਕਿਉਂਕਿ ਨਾਮ ਧਨ ਕੋਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੰਤ ਜਨਾਂ ਸਿਉ ਸੰਗ ਪਾਈਐ ਵੱਡਾ ਪੁੰਨ। ਇਹ ਤਰੀਕਾ ਦੱਸ ਦਿੱਤਾ ਵੀ ਨਾਮ ਧਨ ਮਿਲਦਾ ਕਿੱਦਾਂ। ਮਹਾਰਾਜ ਕਹਿੰਦੇ ਵੀ ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰ ਥੈ ਹੋਰ ਤੁ ਪਾਏ ਹਰ ਧਨ ਪਾਇਆ ਨਾ ਜਾਏ। ਪਤਾ ਹੁਣ ਆਪਾਂ ਇੱਥੇ ਇਸ ਕੰਪਨੀ 'ਚ ਇੰਨੇ ਪੈਸੇ ਮਿਲਦੇ ਆ, ਇੱਥੇ ਇੰਨੇ ਮਿਲਦੇ, ਇੱਦਾਂ ਕਮਾਈ ਹੁੰਦੀ ਹੈ। ਅੱਡ ਅੱਡ ਰੇਟ ਤਾਂ ਅੱਡ ਅੱਡ ਨੇ ਸਾਰੇ। ਹੁਣ ਨਾਮ ਧਨ ਜਿਹੜਾ ਕਿੱਦਾਂ ਮਿਲਦਾ, ਉਹ ਵੀ ਤਰੀਕਾ, ਸੌਖਾ ਤਰੀਕਾ ਦੱਸ ਦਿੱਤਾ। ਜਿਹੜੇ ਸੰਤ ਜਨ ਨੇ, ਗੱਲ ਤਾਂ ਸੰਤ ਜਨਾਂ ਦੀ ਹੋ ਰਹੀ ਹੈ, ਗੱਲ ਸ਼ਬਦ ਸ਼ੁਰੂ ਹੀ ਸੰਤ ਤੋਂ ਕਰ ਦਿੱਤਾ ਸੀ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ, ਵੀ ਸੰਤ ਬਚਦੇ ਨੇ, ਗੱਲ ਸੰਤ ਤੋਂ ਹੀ ਕੀਤੀ ਹੈ। ਸੋ ਹੁਣ ਜੇ ਨਾਮ ਧਨ ਤੂੰ ਲੈਣਾ ਤੇ ਸੰਤ ਜਨਾਂ ਸਿਉ ਸੰਗ, ਉਹਨਾਂ ਦੀ ਤੈਨੂੰ ਸੰਗਤ ਕਰਨੀ ਪੈਣੀ ਹੈ। ਪਾਈਐ ਵੱਡਾ, ਪਰ ਸੰਤਾਂ ਦੀ ਸੰਗਤ ਕਿੱਦਾਂ ਮਿਲਦੀ ਹੈ?
ਕਹਿੰਦੇ ਜਦੋਂ ਕਿਤੇ ਵੱਡੇ ਪੁੰਨ ਹੋਣ ਫੇਰ ਕਿਤੇ ਉਹਨਾਂ ਦੀ ਸੰਗਤ ਮਿਲਦੀ। ਰੱਬ ਦੇ ਪਿਆਰਿਆਂ ਦੀ ਸੰਗਤ ਐਵੇਂ ਥੋੜ੍ਹੀ ਮਿਲ ਜਾਂਦੀ ਹੈ। ਉਹਨੂੰ ਚੇਤੇ ਕਰਨੇ ਵਾਲੇ, ਉਹਨੂੰ ਯਾਦ ਕਰਨੇ ਵਾਲੇ, ਉਹਨਾਂ ਦੀ ਸੰਗਤ ਐਵੇਂ ਨਹੀਂ ਮਿਲ ਜਾਂਦੀ। ਜਦੋਂ ਪੁੰਨ ਕਰਮ ਕੀਤਾ ਹੋਇਆ ਸਾਡਾ ਅੱਗੇ ਪ੍ਰਗਟ ਹੋ ਜਾਂਦਾ ਹੈ, ਉਸ ਨੂੰ ਹੀ ਫਿਰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਸਾਧ ਸੰਗਤ ਦੀ ਕਿਰਪਾ ਹੁੰਦੀ ਹੈ ਨਾ, ਫਿਰ ਇਸ ਨੂੰ ਨਾਮ ਧਨ ਮਿਲਦਾ। ਫਿਰ ਉਹਦਾ ਨਾਮ ਧਨ ਨਹੀਂ ਕਹਿੰਦੇ ਮਿਲ ਸਕਦਾ। ਇਹ ਹੀ ਇੱਕ ਸਾਧਨ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਸੋ ਇਹ ਅਸਰ ਹੈ। ਜਿੱਦਾਂ ਕਹਿੰਦੇ ਨਾ ਵੀ ਜਿਹਦੇ ਕੋਲ ਦੁਨਿਆਵੀ ਧਨ ਹੁੰਦਾ ਹੈ, ਉਹ ਫਿਰ ਪਤਾ ਲੱਗਦਾ। ਉਹ ਮਕਾਨ ਸੋਹਣਾ ਬਣਾਊਗਾ, ਵਧੀਆ, ਉਹਦੇ ਕੱਪੜੇ ਵੀ ਸੋਹਣੇ ਹੋਣਗੇ, ਉਹਦਾ ਖਾਣਾ ਪੀਣਾ ਵੀ A1 ਹੋਵੇਗਾ। ਸੋ ਉਹਦਾ ਸਾਰਾ ਕੁਛ ਹੀ ਬਦਲ ਜਾਂਦਾ, ਲਾਈਫ ਸਟਾਈਲ ਉਹਦਾ ਬਦਲ ਜਾਂਦਾ। ਪਤਾ ਲੱਗਦਾ ਵੀ ਇਹਦੇ ਕੋਲ ਪੈਸਾ ਬੜਾ ਵੀ। ਇੱਦਾਂ ਜਦੋਂ ਭਗਤਾਂ ਦੇ ਕੋਲ ਨਾਮ ਧਨ ਹੁੰਦਾ ਤਾਂ ਉਹ ਵੀ ਲਾਈਫ ਸਟਾਈਲ ਚੇਂਜ ਹੋ ਜਾਂਦਾ ਹੈ। ਅਤੇ ਪਤਾ ਲੱਗਦਾ, ਪਰ ਪਤਾ ਉਹਨੂੰ ਹੀ ਲੱਗਣਾ ਜਿਹਨੂੰ ਕੁਛ ਥੋੜ੍ਹਾ ਬਹੁਤ ਗਿਆਨ ਹੋਵੇਗਾ। ਨਹੀਂ ਤਾਂ ਅਗਿਆਨੀ ਲੋਕ ਤਾਂ ਭਗਤਾਂ ਦੇ ਨਾਲ ਰੱਜ ਕੇ ਜ਼ੁਲਮ ਕਰਦੇ, ਇੰਨੇ ਤਾਂ ਦੋਸ਼ੀਆਂ ਦੇ ਨਾਲ ਜ਼ੁਲਮ ਨਹੀਂ ਕਰਨਗੇ ਜਿੰਨਾ ਭਗਤਾਂ ਦੇ ਨਾਲ ਕਰਨਗੇ। ਉਹ ਅਗਿਆਨਤਾ ਹੀ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ। ਸੋ ਇਹਨਾਂ ਦੀ ਨਿਸ਼ਾਨੀ ਕੀ ਹੈ ਵੀ ਹੁਣ ਇਹਨਾਂ ਕੋਲ ਨਾਮ ਧਨ ਹੈ। ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਉਹਨਾਂ ਦੀ ਅੰਦਰੋਂ ਅੱਠੇ ਪਹਿਰ ਲਿਵ ਲੱਗਦੀ। ਅੱਠੇ ਪਹਿਰ ਉਹ ਤੇ ਆਉਂਦੇ ਨੇ, ਪਰ ਅੰਦਰ ਹੈ ਉਹਨਾਂ ਦਾ, ਅੰਦਰ ਸਿਸਟਮ ਚੱਲਦਾ। ਹਰ ਜਸ ਨਿਤ ਸੁਣ। ਸੋ ਹੋਰ ਕੋਈ ਗੱਲ ਸੁਣਨ ਨੂੰ ਮਨ ਕਰਦਾ ਹੀ ਨਹੀਂ ਹੈ। ਕੋਈ ਮੈਨੂੰ ਪਾਠ ਸੁਣਾਵੇ, ਕੋਈ ਕੀਰਤਨ ਸੁਣਾਵੇ, ਕੋਈ ਕਥਾ ਸੁਣਾਵੇ, ਕੋਈ ਰੱਬ ਦੇ ਘਰ ਦੀ ਗੱਲ ਸੁਣਾਵੇ, ਨਹੀਂ ਕੋਈ ਹੈ। ਤੇ ਆਪ ਆਪਣੇ ਆਪ ਨੂੰ ਸੁਣਾਉਂਦਾ, ਆਪਣੀ ਆਪ ਦੇ ਨਾਲ ਗੁਰੂ ਨਾਲ ਹੁੰਦਾ, ਆਪ ਹੀ ਸੰਗਤ ਕਰਦਾ ਹੈ। ਇਹ ਉਹਦੀ ਪਹਿਚਾਣ ਹੁੰਦੀ ਹੈ। ਪਰ ਸਾਰੇ ਨਹੀਂ ਉਸ ਨੂੰ ਪਹਿਚਾਣ ਸਕਦੇ, ਘੱਟ ਨੇ ਜਿਹੜੇ ਪਹਿਚਾਣਦੇ ਨੇ। ਗੁਰੂ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ। ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ।
ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕੰਧੇਰ। ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸੂਤਰ ਧਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨ। ਵਾਹਿਗੁਰੂ। 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੀ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਂ ਲੇ। ਆਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋ ਤਰੇ ਪਾਰ, ਗੁਰ ਪਾਰ ਉਤਾਰਨਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਧੰਨ। ਮੈਂ ਛੱਡਿਆ ਸਤਿਨਾਮ ਵਾਹਿਗੁਰੂ ਜੀਓ। ਸਾਗਰ ਤਰਿਆ ਸਾਧੂ ਸੰਗੇ,
ਨਿਰਭਉ ਨਾਮ ਜਪੋ ਹਰ ਰੰਗੇ। ਪਰ ਤਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਣਾਈ। ਸੋ ਕਾਹੂ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦਿ, ਸਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨ ਜਾਨਾ, ਸਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨ ਜਾਨਾ, ਸੰਤ ਸੰਗਤ ਰਾਮ ਹਿਰਦੈ ਵਸਾਈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਬੇਦ ਅਰ ਸਿਮਰਤ ਪੁਰਾਨਾ, ਕਮਲਾਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਪਰ ਮੈਂ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਕਹਿ ਕਬੀਰ ਸੋ ਪਰ ਮੈਂ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।